ਚਮਕੌਰ ਸਾਹਿਬ ਦੀ ਗੜੀ ਦੇ ਆਖੀਰਲੇ ਸ਼ਹੀਦ ਜੋ ਲਗਾਤਾਰ 8 ਘੰਟੇ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਹੋਏ 2 ਰਾਈਫਲਾਂ ਨਾਗਣੀ ਅਤੇ ਭਾਗਣੀ ਦਾ ਸਾਰਾ ਬਾਰੂਦ ਦੁਸ਼ਮਣਾਂ ਤੇ ਵਰਾਉਂਦੇ ਹੋਏ ਅਖੀਰ ਸ਼ਹਾਦਤ ਦਾ ਜਾਮਾ ਪੀਂਦੇ ਨੇ। ਸਾਡੀ ਮੁਰਾਦ ਹੈ ਬਾਬਾ ਜੀਵਨ ਸਿੰਘ ਰੰਗਰੇਟਾ ਜੀ ਦੇ ਬਾਰੇ, ਜਿਨ੍ਹਾਂ ਦੇ ਬਾਰੇ ਅਸੀਂ ਅੱਜ ਤੁਹਾਡੇ ਨਾਲ ਵਿਚਾਰਾ ਕਰਾਂਗੇ। ਮੈਂ ਤੁਹਾਡਾ ਆਪਣਾ ਸੁਲੱਖਣ ਸਿੰਘ ਮਾਂਗਾਸਰਾਏ। ਆਓ ਗੁਰੂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੀਰ ਜੀ ਫਰਮਾਉਂਦੇ ਨੇ, ਮਰਤਾ ਮਰਤਾ ਜਗ ਮੁਆ, ਮਰ ਵੀ ਨਾ ਜਾਣੇ ਕੋਏ, ਐਸੀ ਮਰਨੀ ਜੋ ਮਰੇ, ਬੌਰ ਨਾ ਮਰਨਾ ਹੋਏ। ਬਾਬਾ ਜੀਵਨ ਸਿੰਘ ਜੀ ਦਾ ਜਨਮ 1661 ਈਸਵੀ ਨੂੰ ਮਾਤਾ ਪ੍ਰੇਮੋ ਜੀ ਦੇ ਕੁੱਖੋਂ ਹੁੰਦਾ ਹੈ ਤੇ ਪਿਤਾ ਸਦਾਨੰਦ ਜੀ ਨੇ ਪਟਨਾ ਸਾਹਿਬ ਵਿਖੇ ਜਨਮ ਹੁੰਦਾ ਹੈ। 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦਾ ਨਾਮ ਰੱਖਦੇ ਨੇ ਜੈਤਾ, ਜਿਸ ਦਾ ਮੀਨਿੰਗ ਹੈ ਜੇਤੂ। ਆਪ ਜੀ ਦਾ ਬਚਪਨ ਬਹੁਤ ਹੀ ਲਾਡਾਂ ਪਿਆਰਾਂ ਨਾਲ ਬੀਤਦਾ ਹੈ। ਆਪ ਜੀ ਨੂੰ 9ਵੇਂ ਪਾਤਸ਼ਾਹ ਜੀ ਦੀ ਦੇਖ ਰੇਖ ਹੇਠ ਘੋੜਸਵਾਰੀ, ਜੰਗੀ ਅਭਿਆਸ, ਤਲਵਾਰਬਾਜੀ, ਸ਼ਸਤਰ ਵਿਦਿਆ, ਤੀਰ ਅੰਦਾਜ਼ੀ ਆਦਿ ਸਿਖਾਇਆ ਜਾਂਦਾ ਹੈ ਤੇ ਐਕੈਡੈਮਿਕ ਤੌਰ ਤੇ ਵੀ ਆਪ ਜੀ ਨੂੰ ਪੰਜਾਬੀ, ਬ੍ਰਿਜ, ਸੰਸਕ੍ਰਿਤ, ਹਿੰਦੀ, ਅਰਬੀ ਅਤੇ ਫਾਰਸੀ ਵਿੱਚ ਨਿਪੁੰਨ ਬਣਾਇਆ ਜਾਂਦਾ ਹੈ। ਸੰਗੀਤ ਦੀ ਵਿਦਿਆ ਆਪ ਜੀ ਆਪਣੇ ਪਿਤਾ ਸਦਾਨੰਦ ਜੀ ਕੋਲ ਸਿੱਖਦੇ ਨੇ। ਹੁਣ ਅਸੀਂ ਥੋੜੇ ਪਿੱਛੇ ਚੱਲਦੇ ਨੇ। ਸਦਾਨੰਦ ਜੀ ਦਾ ਜ਼ਿਕਰ ਆਇਆ ਤੇ ਸਦਾਨੰਦ ਜੀ 1644 ਈਸਵੀ ਤੋਂ ਲੈ ਕੇ 1664 ਈਸਵੀ ਤੱਕ, ਜਦੋਂ 9ਵੇਂ ਪਾਤਸ਼ਾਹ ਬਾਬਾ ਬਕਾਲਾ ਸਾਹਿਬ ਵਿਖੇ ਬੰਦਗੀ ਕਰ ਰਹੇ ਸੀ ਤੇ ਉਹ ਉਹਨਾਂ ਦੀ ਖਿਦਮਤ ਕਰ ਰਹੇ ਸੀ। ਜਦੋਂ 9ਵੇਂ ਪਾਤਸ਼ਾਹ ਆਪਣੀ ਪਹਿਲੀ ਪ੍ਰਚਾਰ ਫੇਰੀ ਦੌਰਾਨ ਜਾਂਦੇ ਨੇ ਤੇ ਉਹ 13 ਅਕਤੂਬਰ 1657 ਈਸਵੀ ਨੂੰ ਕੋਇਲ ਨਗਰ ਵਿਖੇ ਪੰਡਿਤ ਸ਼ਿਵ ਨਾਰਾਇਣ ਜੀ ਦੀ ਪੁੱਤਰੀ ਬੀਬੀ ਪ੍ਰੇਮੋ ਜੀ ਦੇ ਨਾਲ ਭਾਈ ਸਦਾਨੰਦ ਜੀ ਦੀ ਸ਼ਾਦੀ ਕਰਵਾਉਂਦੇ ਨੇ। ਫਿਰ ਬਹੁਤ ਹੀ ਅਜ਼ੀਮ ਦਿਹਾੜਾ ਆਉਂਦਾ ਹੈ 22 ਦਸੰਬਰ 1666 ਦਾ, ਜਦੋਂ ਮਰਦ ਅਗੰਮੜਾ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੁੰਦਾ। ਉਹਨਾਂ ਦੇ ਇੱਕ ਦਿਨ ਬਾਅਦ 23 ਦਸੰਬਰ 1666 ਈਸਵੀ ਨੂੰ ਭਾਈ ਜੀਵਨ ਸਿੰਘ ਜੀ ਦੇ ਛੋਟੇ ਭਰਾਤਾ ਭਾਈ ਸੰਗਤਾ ਜੀ ਦਾ ਜਨਮ ਹੁੰਦਾ। ਫਿਰ ਭਾਈ ਜੀਵਨ ਸਿੰਘ ਜੀ ਨੂੰ, ਜੋ ਕਿ ਪਹਿਲੋਂ ਜੈਤਾ ਹੀ ਨੇ, ਬਾਲ ਗੋਬਿੰਦ ਰਾਏ ਅਤੇ ਭਾਈ ਸੰਗਤਾ ਜੀ ਦੇ ਨਾਲ ਖੂਬ ਖੇਡਣਾ, ਮੱਲਣਾ, ਹੱਸਣਾ ਇਸ ਦਾ ਮੌਕਾ ਮਿਲਦਾ ਹੈ। ਜਦੋਂ ਬਾਲ ਗੋਬਿੰਦ ਰਾਏ ਜੀ ਦੀ ਉਮਰ 9 ਸਾਲ ਦੀ ਹੁੰਦੀ ਹੈ ਤੇ ਭਾਈ ਜੈਤਾ ਜੀ ਦੀ ਉਮਰ ਉਸ ਵਕਤ ਕਰੀਬ 15 ਸਾਲ ਦੀ ਹੋਏਗੀ ਤੇ ਕਸ਼ਮੀਰੀ ਪੰਡਤ ਆਪਣੀ ਮੁਸ਼ਕਲ ਲੈ ਕੇ 9ਵੇਂ ਪਾਤਸ਼ਾਹ ਜੀ ਦੇ ਦਰਬਾਰ ਵਿਖੇ ਆਉਂਦੇ ਨੇ ਤੇ ਉਹ ਕਹਿੰਦੇ ਨੇ, ਸਾਡੇ ਧਰਮ ਦੀ ਰੱਖਿਆ ਲਈ ਕਿਸੇ ਮਹਾਨ ਇਨਸਾਨ ਦਾ ਬਲੀਦਾਨ ਚਾਹੀਦਾ ਹੈ। ਗੁਰੂ ਜੀ ਸੋਚਾਂ ਵਿੱਚ ਪੈ ਜਾਂਦੇ ਨੇ ਤੇ ਕੋਲ ਖੜੇ ਬਾਲ ਗੋਬਿੰਦ ਰਾਏ ਜੀ ਉਹਨਾਂ ਨੂੰ ਕਹਿੰਦੇ ਆ, ਪਿਤਾ ਜੀ ਤੁਹਾਡੇ ਤੋਂ ਮਹਾਨ ਇਨਸਾਨ ਹੋਰ ਕੌਣ ਹੋਏਗਾ। 20 ਜੁਲਾਈ 1675 ਈਸਵੀ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਵੱਲ ਨੂੰ ਚਾਲੇ ਪਾ ਦਿੰਦੇ ਨੇ ਤੇ 15 ਸਤੰਬਰ 1675 ਨੂੰ ਉਹਨਾਂ ਨੂੰ ਆਗਰੇ ਤੋਂ ਗ੍ਰਿਫਤਾਰ ਕਰ ਲਿਆ ਜਾਂਦਾ ਨੇ। ਉਹਨਾਂ ਦੇ ਨਾਲ ਨੇ ਭਾਈ ਮਤੀਦਾਸ ਜੀ, ਭਾਈ ਸਤੀਦਾਸ ਜੀ, ਭਾਈ ਉਦੇ ਜੀ, ਭਾਈ ਦਿਆਲਾ ਜੀ, ਭਾਈ ਗੁਰਦਿੱਤਾ ਜੀ ਅਤੇ ਭਾਈ ਜੈਤਾ ਜੀ। ਗੁਰੂ ਸਾਹਿਬ ਨੂੰ ਹਕੂਮਤ ਕੈਦ ਕਰ ਲੈਂਦੀ ਹੈ ਤੇ ਉਹਨਾਂ ਨੂੰ ਕਹਿੰਦੀ ਹੈ ਕਿ ਤੁਸੀਂ ਬੜੇ ਮਹਾਨ ਇਨਸਾਨ ਜੋ, ਜੇਕਰ ਤੁਸੀਂ
ਆਪਣਾ ਧਰਮ ਛੱਡ ਕੇ ਮੁਸਲਮਾਨ ਧਰਮ ਅਪਣਾ ਲਓ ਤਾਂ ਬਹੁਤ ਜ਼ਿਆਦੀ ਦੁਨੀਆ ਜਿਹੜੀ ਆ ਉਹ ਇਹ ਧਰਮ ਜਿਹੜਾ ਅਪਣਾ ਰਹੇਗੀ। ਪਰ ਗੁਰੂ ਜੀ ਆਪਣੇ ਧਰਮ ਤੇ ਅਟਲ ਨੇ। ਗੁਰੂ ਜੀ ਕੀ ਉਹਨਾਂ ਦੇ ਸਿੱਖ ਵੀ ਆਪਣੇ ਧਰਮ ਤੇ ਅਟਲ ਨੇ। ਜਦੋਂ ਮੁਗਲਾਂ ਨੂੰ ਲੱਗਦਾ ਕਿ ਇਹ ਤੇ ਆਪਣੇ ਧਰਮ ਪ੍ਰਤੀ ਬਹੁਤ ਪੱਕੇ ਨੇ, ਸਭ ਤੋਂ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਲੱਕੜਾਂ ਵਿੱਚ ਬੰਨ੍ਹ ਕੇ ਆਰੇ ਨਾਲ ਚੀਰ ਕੇ ਸ਼ਹੀਦ ਕੀਤਾ ਜਾਂਦਾ ਹੈ। ਗੁਰੂ ਸਾਹਿਬ ਇਸ ਵਕਤ ਤੱਕ ਰਾਗ ਜੈ ਜੈਵੰਤੀ ਵਿੱਚ ਆਪਣੇ 57 ਸ਼ਲੋਕ ਲਿਖ ਚੁੱਕੇ ਸਨ। ਉਹ ਉਸ ਵਕਤ ਭਾਈ ਜੈਤਾ ਜੀ ਨੂੰ ਹੁਕਮ ਕਰਦੇ ਨੇ ਕਿ ਹੁਣ ਸਾਡੀ ਸ਼ਹਾਦਤ ਪੱਕੀ ਹੈ, ਤੇ ਇਹ 57 ਸ਼ਲੋਕ ਆ, ਨਾਲ ਹੁਕਮਨਾਮਾ ਪੱਤਰ ਦਿੰਦੇ ਨੇ, ਨਾਲ ਗੁਰਿਆਈ ਦੀ ਸਮੱਗਰੀ ਦਿੰਦੇ ਨੇ ਕਿ ਇਹ ਲਿਓ ਤੇ ਇਸ ਨੂੰ ਬਾਲ ਗੋਬਿੰਦ ਰਾਏ ਜੀ ਤੱਕ ਪਹੁੰਚਾ ਦਿਓ। ਹੁਣ ਕੈਦ ਵਿੱਚ ਤੇ ਭਾਈ ਜੈਤਾ ਜੀ ਵੀ ਨੇ। ਇੱਥੇ ਔਰੰਗਜ਼ੇਬ ਦੀ ਬੇਟੀ ਆ ਜੇਬੋ ਨਿਸਾ ਤੇ ਅਬਦੁੱਲਾ ਖਾਨ ਨੇ ਇਹ ਮਦਦ ਕਰਦੇ ਆ ਭਾਈ ਜੈਤਾ ਜੀ ਦੀ, ਭਾਈ ਉਦੇ ਜੀ ਦੀ ਤੇ ਭਾਈ ਗੁਰਦਿੱਤਾ ਜੀ ਦੀ। ਇਹਨਾਂ ਤਿੰਨਾਂ ਨੂੰ ਇਹ ਜੇਲ੍ਹ ਵਿੱਚੋਂ ਰਿਹਾ ਕਰਵਾ ਦਿੰਦੇ ਨੇ। ਭਾਈ ਜੈਤਾ ਜੀ 9ਵੇਂ ਪਾਤਸ਼ਾਹ ਜੀ ਦੇ ਸ਼ਲੋਕ ਅਤੇ ਉਹਨਾਂ ਵੱਲੋਂ ਜਾਰੀ ਹੁਕਮਨਾਮਾ ਲੈ ਕੇ ਅਨੰਦਪੁਰ ਸਾਹਿਬ ਵਿਖੇ ਆਉਂਦੇ ਨੇ। 10ਵੇਂ ਪਾਤਸ਼ਾਹ ਜੀ ਨੂੰ ਗੁਰਿਆਈ ਮਿਲਦੀ ਹੈ, ਉਹ ਗੁਰੂ ਬਣ ਜਾਂਦੇ ਨੇ। ਤੇ ਨਾਲ ਹੀ ਭਾਈ ਜੈਤਾ ਜੀ ਉਹਨਾਂ ਨੂੰ ਇਹ ਦੱਸ ਦਿੰਦੇ ਨੇ ਕਿ ਹੁਣ 9ਵੇਂ ਪਾਤਸ਼ਾਹ ਦੀ ਸ਼ਹਾਦਤ ਪੱਕੀ ਹੈ। ਤਾਂ ਗੁਰੂ ਜੀ ਦਰਬਾਰ ਲੱਗਿਆ ਹੋਇਆ ਹੈ, ਉਹਦੇ ਵਿੱਚ ਐਲਾਨ ਕਰਦੇ ਨੇ ਕਿ ਜਦੋਂ ਗੁਰੂ ਜੀ ਨੂੰ ਸ਼ਹੀਦ ਕਰ ਦਿੱਤਾ ਜਾਵੇਗਾ ਤਾਂ ਉਹਨਾਂ ਦਾ ਸਰੀਰ, ਉਹਨਾਂ ਦਾ ਸਿਰ ਲਿਆਉਣ ਦੀ ਜ਼ਿੰਮੇਵਾਰੀ ਕਿਹੜਾ ਸਿੰਘ ਉਠਾਉਂਦਾ ਹੈ। ਤਾਂ ਭਾਈ ਜੈਤਾ ਜੀ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਤਿਗੁਰੂ ਜੀ ਇਹ ਸੇਵਾ ਵੀ ਮੈਨੂੰ ਹੀ ਬਖਸ਼ ਦਿਓ। ਗੁਰੂ ਜੀ ਭਾਈ ਜੀ ਨੂੰ ਸੇਵਾ ਬਖਸ਼ ਦਿੰਦੇ ਨੇ। 11 ਨਵੰਬਰ 1675 ਦਿਨ ਵੀਰਵਾਰ ਹੈ। ਕਾਜੀ ਅਬਦੁਲ ਵਹਾਬ ਵੋਹਰਾ ਫਤਵਾ ਪੜ੍ਹਦੇ ਨੇ ਤੇ ਸਮਾਣੇ ਦਾ ਜਲਾਦ ਜਲਾਲੂਦੀਨ ਤਲਵਾਰ ਦੇ ਵਾਰ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਕੱਟ ਦਿੰਦਾ ਹੈ। ਨਾਲ ਹੀ ਹਕੂਮਤ ਇਹ ਫਰਮਾਨ ਜਾਰੀ ਕਰ ਦਿੰਦੀ ਹੈ ਕਿ ਗੁਰੂ ਸਾਹਿਬ ਦਾ ਸਰੀਰ ਤੇ ਉਹਨਾਂ ਦਾ ਸੀਸ ਇਹ ਚੌਂਕ ਵਿੱਚ ਹੀ ਰੋਲਣ ਦਿੱਤਾ ਜਾਵੇ। ਇਸ ਨੂੰ ਕੋਈ ਨਹੀਂ ਫੜੇਗਾ, ਕੋਈ ਇਹਨਾਂ ਦਾ ਅੰਤਮ ਸੰਸਕਾਰ ਨਹੀਂ ਕਰੇਗਾ। ਤੇ ਇੰਨੀ ਦੇਰ ਤੱਕ ਭਾਈ ਜੈਤਾ ਜੀ ਉੱਥੇ ਪਹੁੰਚ ਕੇ ਜਾਂਦੇ ਨੇ। ਭਾਈ ਆਗਿਆ ਰਾਮ ਜੋ ਕਿ ਰਿਸ਼ਤੇ ਵਿੱਚ ਭਾਈ ਜੈਤਾ ਜੀ ਦੇ ਤਾਇਆ ਜੀ ਨੇ, ਭਾਈ ਸਦਾਨੰਦ ਜੀ, ਭਾਈ ਜੈਤਾ ਜੀ, ਭਾਈ ਉਦੇ ਜੀ, ਭਾਈ ਗੁਰਦਿੱਤਾ ਜੀ ਤੇ ਲੱਖੀ ਸ਼ਾਹ ਵਣਜਾਰਾ ਜੀ, ਇਹ ਵਿਉਂਤ ਬਣਾਉਂਦੇ ਨੇ ਕਿ ਕਿਵੇਂ ਗੁਰੂ ਮਹਾਰਾਜ ਦਾ ਸੀਸ ਅਤੇ ਧੜ ਉਹਨਾਂ ਦਾ ਉੱਥੋਂ ਲਿਆ ਕੇ ਉਹਨਾਂ ਦੀਆਂ ਅੰਤਮ ਰਸਮਾਂ ਜਿਹੜੀਆਂ ਉਹ ਪੂਰੀਆਂ ਕੀਤੀਆਂ ਜਾਣ। 11-12 ਨਵੰਬਰ ਨੂੰ ਰਾਤ ਨੂੰ ਭਾਈ ਜੈਤਾ ਜੀ ਜਦੋਂ ਆਪਣੇ ਸਾਥੀਆਂ ਸਮੇਤ ਉੱਥੇ ਪਹੁੰਚਦੇ ਨੇ ਤੇ ਵਿਉਂਤ ਮੁਤਾਬਕ ਭਾਈ ਸਦਾਨੰਦ ਜੀ ਦਾ ਸੀਸ ਦਿਲ ਤੇ ਪੱਥਰ ਰੱਖ ਕੇ ਭਾਈ ਜੈਤਾ ਜੀ ਕੱਟ ਦਿੰਦੇ ਨੇ। ਉਹਨਾਂ ਦਾ ਸੀਸ ਅਤੇ ਧੜ ਉੱਥੇ ਰੱਖ ਕੇ 9ਵੇਂ ਪਾਤਸ਼ਾਹ ਜੀ ਦਾ ਸੀਸ ਅਤੇ ਧੜ ਉੱਥੋਂ ਚੁੱਕ ਲਿਆਉਂਦੇ ਨੇ ਤੇ ਭਾਈ ਕਲਿਆਣ ਦੀ ਸਰਾਂ, ਭਾਈ ਕਲਿਆਣਾ ਜੋ ਕਿ ਰਿਸ਼ਤੇ ਵਿੱਚ ਭਾਈ ਜੈਤਾ ਜੀ ਦੇ ਵੱਡ ਵਡੇਰੇ ਨੇ, ਉਹਨਾਂ ਦੀ ਸਰਾਂ ਵਿਖੇ ਆ ਕੇ ਧੜ ਦਾ ਅੰਤਮ ਸੰਸਕਾਰ ਕੀਤਾ ਜਾਂਦਾ ਹੈ, ਜਿੱਥੇ ਹੁਣ ਗੁਰਦੁਆਰਾ ਰੁਕਾਬਗੰਜ ਹੈ। ਜਦੋਂ ਹਕੂਮਤ ਨੂੰ ਪਤਾ ਲੱਗਦਾ ਕਿ ਗੁਰੂ ਪਾਤਸ਼ਾਹ ਜੀ ਦਾ ਸੀਸ ਵੀ ਲੈ ਗਏ ਨੇ,
ਉਹਨਾਂ ਦਾ ਧਾੜਵੀ ਦਾ ਸੰਸਕਾਰ ਵੀ ਕਰ ਦਿੱਤਾ ਹੈ। ਤੇ ਔਰੰਗਜ਼ੇਬ ਗੁੱਸੇ ਵਿੱਚ ਆਇਆ, ਉਸ ਜਗ੍ਹਾ ਤੇ ਮਸਜਿਦ ਬਣਾ ਦਿੰਦਾ ਹੈ। ਫਿਰ 1783 ਈਸਵੀ ਵਿੱਚ ਜਦੋਂ ਜਥੇਦਾਰ ਬਘੇਲ ਸਿੰਘ ਦਿੱਲੀ ਫਤਿਹ ਕਰਦੇ ਆ ਤੇ ਉਹ ਦੁਬਾਰਾ ਉੱਥੇ ਮਸਜਿਦ ਨੂੰ ਢਾਹ ਕੇ ਉੱਥੇ ਗੁਰਦੁਆਰਾ ਰਕਾਬਗੰਜ ਦੀ ਉਸਾਰੀ ਕਰਵਾਉਂਦੇ ਨੇ। ਇਸ ਤੋਂ ਬਾਅਦ ਭਾਈ ਜੀ ਸੀਸ ਨੂੰ ਚੱਕ ਕੇ ਚਾਲੇ ਪਾ ਲੈਂਦੇ ਨੇ ਆਨੰਦਪੁਰ ਸਾਹਿਬ ਵੱਲ, ਤੇ ਚਲਦੇ ਚਲਦੇ ਸਭ ਤੋਂ ਪਹਿਲਾਂ 50 ਕਿਲੋਮੀਟਰ ਦਾ ਸਫ਼ਰ ਕਰਕੇ ਉਹ ਬਾਗਪਤ ਪਹੁੰਚਦੇ ਨੇ। ਬਾਗਪਤ ਵਿਖੇ ਉਹਨਾਂ ਨੂੰ ਹਜ਼ਰਤ ਸ਼ੇਖ ਵਹਾਉਦੀਨ ਮਿਲਦੇ ਨੇ, ਜਿਹੜੇ ਕਹਿੰਦੇ ਨੇ ਕਿ ਇੱਥੇ ਕਿਸ਼ਨਪਾਲ ਜੀ ਵੀ ਕਿਤੇ ਲਿਖਿਆ ਵਾ, ਕਿਤੇ ਵਿਸ਼ਵਪਾਲ ਜੀ ਲਿਖਿਆ, ਉਹਨਾਂ ਦੇ ਘਰ ਰਹਿੰਦੇ ਨੇ, ਉੱਥੇ ਪ੍ਰਸ਼ਾਦਾ ਰਾਤ ਛਕਦੇ ਨੇ ਤੇ ਅਗਲੇ ਦਿਨ ਫਿਰ ਉੱਥੋਂ ਚਾਲੇ ਪਾ ਦਿੰਦੇ ਨੇ। ਤੇ ਫਿਰ ਤਰਾਵੜੀ ਜੋ ਕਿ ਕਰਨਾਲ ਦੇ ਨੇੜੇ ਨੇ, ਫਿਰ ਉੱਥੇ ਪੜਾਅ ਕਰਦੇ ਰਾਤ ਨੂੰ, ਕਿਉਂਕਿ ਭਾਈ ਸਾਹਿਬ ਸਮਝਦੇ ਆ ਕਿ ਰਾਤ ਦਾ ਸਫ਼ਰ ਜਿਹੜਾ ਵਾ ਉਹ ਖਤਰਨਾਕ ਹੋਏਗਾ। ਜੰਗਲੀ ਜਾਨਵਰ, ਜੰਗਲ ਦਾ ਸਫ਼ਰ ਸੀ, ਰਸਤਾ ਵੀ ਭਟਕ ਸਕਦੇ ਸੀ, ਇਸ ਕਰਕੇ ਦਿਨੇ ਹੀ ਸਫ਼ਰ ਕਰਨਾ ਪ੍ਰੈਫਰ ਕਰਦੇ ਨੇ। ਉਸ ਤੋਂ ਬਾਅਦ ਅੰਬਾਲਾ ਵਿਖੇ ਪਹੁੰਚਦੇ ਨੇ, ਫਿਰ ਅਗਲਾ ਪੜਾਅ ਨਾਭੇ ਵਿਖੇ ਕਰਦੇ ਨੇ ਤੇ ਅਖੀਰ ਕੀਰਤਪੁਰ ਸਾਹਿਬ ਵਿਖੇ ਭਾਈ ਜੈਤਾ ਨਾਵੇਂ ਪਿਤਾ ਜੀ ਦਾ ਸੀਸ ਲੈ ਕੇ ਪਹੁੰਚਦੇ ਨੇ। ਉੱਥੇ ਹੀ ਕੁਝ ਸਿੱਖ ਜਦੋਂ ਉਹਨਾਂ ਨੂੰ ਮਿਲਦੇ ਨੇ ਤੇ ਉਹਨਾਂ ਦੱਸਦੇ ਆ ਕਿ ਆਨੰਦਪੁਰ ਸਾਹਿਬ ਜਾ ਕੇ ਗੁਰੂ ਸਾਹਿਬ ਜੀ ਨੂੰ ਇਹ ਸੂਚਨਾ ਦੇ ਦਿਓ ਕਿ ਨਾਵੇਂ ਪਿਤਾ ਜੀ ਦਾ ਸੀਸ ਲੈ ਆਂਦਾ ਹੈ। ਗੁਰੂ ਪਾਤਸ਼ਾਹ ਆਪਣੇ ਪਰਿਵਾਰ ਸਮੇਤ, ਮਾਤਾ ਨਾਨਕੀ ਜੀ ਵੀ ਹੈ, ਮਾਤਾ ਗੁਜਰ ਕੌਰ ਜੀ ਵੀ ਹੈ, ਸਾਹਿਬਜ਼ਾਦੇ ਵੀ ਪਰਿਵਾਰ ਸਮੇਤ ਪਹੁੰਚਦੇ ਨੇ ਤੇ ਉੱਥੋਂ ਇੱਕ ਪਾਲਕੀ ਸਾਹਿਬ ਵਿੱਚ ਰੱਖ ਕੇ ਸੀਸ ਭਾਈ ਜੈਤਾ ਜੀ ਚੱਕਦੇ ਨੇ ਤੇ ਆਨੰਦਪੁਰ ਸਾਹਿਬ ਪਹੁੰਚ ਜਾਂਦੇ ਨੇ। ਆਨੰਦਪੁਰ ਸਾਹਿਬ ਪਹੁੰਚ ਕੇ ਸੰਗਤਾਂ ਦਰਸ਼ਨ ਕਰ ਰਹੀਆਂ ਹੁੰਦੀਆਂ ਨੇ, ਬਹੁਤ ਵੱਡਾ ਇਕੱਠ ਹੋ ਜਾਂਦਾ ਹੈ ਤੇ ਗੁਰੂ ਸਾਹਿਬ ਪੁੱਛਦੇ ਸਾਰੀ ਕਿ ਕਿਸ ਤਰ੍ਹਾਂ ਤੁਸੀਂ ਭਾਈ ਜੈਤਾ ਜੀ, ਕਿਸ ਤਰ੍ਹਾਂ ਤੁਸੀਂ ਸੀਸ ਲੈ ਕੇ ਆਏ। ਤੇ ਫਿਰ ਜਦੋਂ ਦੱਸਦੇ ਆ ਭਾਈ ਜੈਤਾ ਜੀ ਕਿ ਗੁਰੂ ਸਾਹਿਬ ਜੀ ਦੀ ਜਗ੍ਹਾ ਤੇ ਉਹ ਆਪਣੇ ਪਿਤਾ ਭਾਈ ਸਦਾਨੰਦ ਜੀ ਦਾ ਸੀਸ ਕੱਟ ਕੇ ਤੇ ਧਾੜ ਉੱਥੇ ਰੱਖ ਆਏ ਨੇ, ਤੇ ਗੁਰੂ ਸਾਹਿਬ ਬੜੇ ਰੋਹ ਵਿੱਚ ਆ ਜਾਂਦੇ ਨੇ। ਗੁਰੂ ਸਾਹਿਬ ਉਹਨਾਂ ਨੂੰ ਕਹਿੰਦੇ ਆ ਕਿ ਭਾਈ ਜੈਤਾ ਜੀ, ਤੁਸੀਂ ਆਪਣੇ ਪਿਤਾ ਜੀ ਨੂੰ ਸ਼ਹੀਦ ਕਰਵਾਏ ਜੋ ਸਾਡੇ ਪਿਤਾ ਜੀ ਵਾਸਤੇ, ਅੱਜ ਤੋਂ ਤੁਸੀਂ ਸਾਡੇ ਪੁੱਤਰ ਜੋ, ਰੰਗਰੇਟਾ ਗੁਰੂ ਕਾ ਬੇਟਾ। ਇਹ ਖਿਤਾਬ ਵੀ ਮਿਲਦਾ ਤੇ 10ਵੇਂ ਪਾਤਸ਼ਾਹ ਉਹਨਾਂ ਨੂੰ ਆਪਣਾ ਪੁੱਤਰ ਬਣਾ ਲੈਂਦੇ ਨੇ। ਫਿਰ ਸਮਾਂ ਗੁਜ਼ਰਦਾ ਜਾਂਦਾ। 1684 ਈਸਵੀ ਨੂੰ ਰਣਜੀਤ ਨਗਾਰਾ ਇੱਕ ਉਹ ਬਣਾਉਂਦੇ ਨੇ ਤੇ ਉਹਨਾਂ ਦੀ ਸੇਵਾ ਵੀ ਭਾਈ ਜੈਤਾ ਜੀ ਨੂੰ ਹੀ ਦਿੱਤੀ ਜਾਂਦੀ ਹੈ। ਭਾਈ ਜੈਤਾ ਜੀ ਕਿਉਂਕਿ ਸੰਗੀਤਕਾਰ ਪਰਿਵਾਰ ਦੇ ਵਿੱਚੋਂ ਸਨ ਤੇ ਉਹਨਾਂ ਨੂੰ ਪਤਾ ਸੀ ਕਿ ਕਿਵੇਂ ਇਹ ਨਗਾਰਾ ਵਜਾ ਕੇ ਭਾਈ ਸਾਹਿਬ ਆਪਣੇ ਜੁਝਾਰੂ ਸਿੰਘਾਂ ਵਿੱਚ ਹੋਰ ਰੋਹ ਭਰ ਸਕਦੇ ਨੇ। 1699 ਈਸਵੀ ਵਿੱਚ ਵਿਸਾਖੀ ਵਾਲੇ ਦਿਨ ਜਦੋਂ 10ਵੇਂ ਪਾਤਸ਼ਾਹ ਖਾਲਸਾ ਪੰਥ ਦੀ ਸਾਜਨਾ ਕਰਦੇ ਨੇ ਤੇ ਉਦੋਂ ਹੀ ਸਾਰੇ ਦਾ ਸਾਰਾ ਪਰਿਵਾਰ ਭਾਈ ਜੈਤਾ ਜੀ ਦਾ ਉਹ ਅੰਮ੍ਰਿਤ ਛਕਦਾ ਹੈ। ਤੇ ਭਾਈ ਸਾਹਿਬ ਦਾ ਪਹਿਲਾ ਨਾਮ ਸੀ ਜੈਤਾ, ਜੋ ਕਿ ਨਵੇਂ ਪਾਤਸ਼ਾਹ ਵੱਲੋਂ ਰੱਖਿਆ ਜਾਂਦਾ। ਤੇ ਹੁਣ 1699 ਈਸਵੀ ਹੈ, ਭਾਈ ਸਾਹਿਬ ਅੰਮ੍ਰਿਤ ਛਕ ਚੁੱਕੇ ਨੇ ਤੇ ਨਵਾਂ ਨਾਮ ਭਾਈ ਸਾਹਿਬ ਦਾ 10ਵੇਂ ਪਾਤਸ਼ਾਹ ਰੱਖ ਰਹੇ ਆ, ਭਾਈ ਜੀਵਨ ਸਿੰਘ ਜੀ। ਸਮਾਂ ਚੱਲਦਾ ਜਾਂਦਾ
ਕਿਉਂਕਿ ਭਾਈ ਸਾਹਿਬ ਯੁੱਧ ਵਿੱਦਿਆ ਵਿੱਚ ਬਹੁਤ ਜ਼ਿਆਦਾ ਨਿਪੁੰਨ ਸਨ। ਉਹਨਾਂ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਦੇ ਸ਼ਾਸਤਰ ਵਿੱਦਿਆ ਸਿਖਾਉਣ ਦੀ ਡਿਊਟੀ ਲਗਾਈ ਜਾਂਦੀ ਹੈ। ਤੇ ਭਾਈ ਜੀ ਦੋਨਾਂ ਵੱਡੇ ਸਾਹਿਬਜ਼ਾਦਿਆਂ ਨੂੰ ਯੁੱਧ ਕਲਾ ਵਿੱਚ ਇੰਨਾ ਨਿਪੁੰਨ ਕਰ ਦਿੰਦੇ ਨੇ ਕਿ ਇੱਕ ਵਾਰ ਮਾਰਚ 1702 ਈਸਵੀ ਦੀ ਗੱਲ ਹੈ, ਦੇਵੀਦਾਸ ਬ੍ਰਾਹਮਣ ਗੁਰੂ ਜੀ ਦੇ ਦਰਬਾਰ ਵਿੱਚ ਆਉਂਦਾ ਤੇ ਆ ਕੇ ਬੇਨਤੀ ਕਰਦਾ ਕਿ ਬਸੀ ਕਲਾਂ ਦਾ ਕੋਤਵਾਲ ਜਬਰ ਜੰਗ ਖਾਂ ਮੇਰੀ ਨਵ ਵਿਆਹਤਾ ਪਤਨੀ ਨੂੰ ਚੱਕ ਕੇ ਲੈ ਗਿਆ ਹੈ ਤੇ ਮੇਰੀ ਪਤਨੀ ਨੂੰ ਉਹਨਾਂ ਤੋਂ ਛੁਡਾਇਆ ਜਾਵੇ। ਤਾਂ ਭਾਈ ਸਾਹਿਬ ਭਾਈ ਜੀਵਨ ਸਿੰਘ ਜੀ ਬੇਨਤੀ ਕਰਦੇ ਨੇ ਦਸਵੇਂ ਪਾਤਸ਼ਾਹ ਜੀ ਨੂੰ, ਆਪ ਵਿਲੰਬ ਨਾ ਕੀजिए नंदपुरी के राय, आयस मोह को दीजिए हनु तुर्क को जाए। ते ये ਜ਼ਿੰਮੇਵਾਰੀ ਗੁਰੂ ਸਾਹਿਬ ਜੀ ਨੂੰ ਕਹਿੰਦੇ ਨੇ ਕਿ ਸਾਨੂੰ ਬਖਸ਼ੀ ਜਾਵੇ ਤੇ ਨਾਲ ਕਹਿੰਦੇ ਨੇ ਕਿ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਵੀ ਮੇਰੇ ਨਾਲ ਭੇਜਿਆ ਜਾਵੇ। ਗੁਰੂ ਸਾਹਿਬ ਜੀ ਕਹਿੰਦੇ ਆ ਕਿ ਫੌਜ ਵੀ ਲੈ ਜਾਓ, ਤਾਂ ਉਹ ਕਹਿੰਦੇ ਨਹੀਂ, ਅਸੀਂ ਦੋਨੋਂ ਹੀ ਕਾਫੀ ਹਾਂ। ਸਾਹਿਬਜ਼ਾਦਾ ਅਜੀਤ ਸਿੰਘ ਜੀ ਤੇ ਭਾਈ ਜੈਤਾ ਜੀ, ਜੋ ਕਿ ਭਾਈ ਜੀਵਨ ਸਿੰਘ ਜੀ ਹੋ ਚੁੱਕੇ ਨੇ, ਉਹ ਜਾਂਦੇ ਨੇ ਕੋਤਵਾਲ ਨੂੰ ਖਤਮ ਕਰਦੇ ਨੇ, ਉਹਦੇ ਸੈਨਿਕਾਂ ਨੂੰ ਖਤਮ ਕਰਦੇ ਨੇ ਤੇ ਦੇਵੀਦਾਸ ਜੀ ਦੀ ਧਰਮ ਪਤਨੀ ਨੂੰ ਬਾਇਜ਼ਤ ਉੱਥੋਂ ਲਿਆਉਂਦੇ ਨੇ। ਹੁਣ 1704 ਈਸਵੀ ਆ ਗਈ ਹੈ। 15 ਮਈ ਤੋਂ ਲੈ ਕੇ 18 ਦਸੰਬਰ ਤੱਕ ਅਨੰਦਪੁਰ ਸਾਹਿਬ ਦਾ ਬਹੁਤ ਹੀ ਮਹੱਤਵਪੂਰਨ ਜੰਗ ਹੁੰਦਾ ਹੈ। ਬਾਹਰੋਂ ਮੁਗਲ ਫੌਜਾਂ ਗੁਰੂ ਸਾਹਿਬ ਜੀ ਨੂੰ ਸਮੇਂ-ਸਮੇਂ ਸਿਰ ਇਹ ਲਿਖ ਕੇ ਭੇਜਦੀਆਂ ਰਹਿੰਦੀਆਂ ਨੇ ਕਿ ਤੁਸੀਂ ਕਿਲ੍ਹਾ ਖਾਲੀ ਕਰ ਦਿਓ, ਤੁਸੀਂ ਜਿੱਥੇ ਜਾਣਾ ਚਲੇ ਜਾਓ, ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ। ਪਰ ਕਿਉਂਕਿ ਗੁਰੂ ਸਾਹਿਬ ਜਾਣਦੇ ਸਨ ਕਿ ਇਹ ਬਾਹਰ ਜਿੰਨੇ ਵੀ ਲੋਕ ਇਕੱਠੇ ਹੋਏ ਨੇ ਇਹ ਸਭ ਝੂਠ ਦੇ ਹੈ, ਇਹ ਝੂਠੀਆਂ ਕਸਮਾਂ ਖਾ ਰਹੇ ਨੇ। ਭਾਈ ਜੀਵਨ ਸਿੰਘ ਦੀ ਸਲਾਹ ਦੇ ਨਾਲ ਰਗਰੇਟਿਆਂ ਦੀ ਫੌਜ ਦੀ ਇੱਕ ਟੁਕੜੀ ਗੁਰੂ ਜੀ ਪਿੱਛੇ ਲਗਾ ਦਿੰਦੇ ਨੇ ਤੇ ਆਪ ਕਿਲ੍ਹਾ ਛੱਡ ਦਿੰਦੇ ਨੇ। ਇਹ ਫੌਜ ਜਿਹੜੀ ਹੈ ਉਹ ਦੁਸ਼ਮਣਾਂ ਦਾ ਮੁਕਾਬਲਾ ਕਰਦੀ ਹੈ, ਕਿਉਂਕਿ ਉਹਨਾਂ ਦੀਆਂ ਕਸਮਾਂ ਝੂਠੀਆਂ ਸਨ। ਉਹਨਾਂ ਨੇ ਗੁਰੂ ਸਾਹਿਬ ਨੂੰ ਘੇਰਨ ਦੀ ਤਿਆਰੀ ਪੱਕੀ ਕੀਤੀ ਸੀ। ਫੌਜਾਂ ਨੂੰ ਡੱਕ ਲੈਂਦੇ ਨੇ, ਉਹ ਗੁਰੂ ਸਾਹਿਬ ਜੀ ਦੇ ਪਿੱਛੇ ਨਹੀਂ ਜਾਣ ਦਿੰਦੇ। 19 ਦਸੰਬਰ ਨੂੰ ਸਰਸਾ ਦੇ ਕੰਢੇ ਤੇ ਪਹੁੰਚ ਜਾਂਦੇ ਨੇ। ਅੰਮ੍ਰਿਤ ਵੇਲਾ ਹੋ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਕਿ ਅੰਮ੍ਰਿਤ ਵੇਲੇ ਦਾ ਪਾਠ ਕਰਨਾ ਹੈ, ਨਿਤਨੇਮ ਅੰਮ੍ਰਿਤ ਵੇਲੇ ਦਾ ਕਰਨਾ ਹੈ, ਇਸ ਕਰਕੇ ਵਿਛਾਉਣਾ ਕੀਤਾ ਜਾਵੇ। ਵਿੱਚੋਂ ਕੁਝ ਸਿੱਖ ਕਹਿੰਦੇ ਨੇ ਪਿੱਛੇ ਫੌਜਾਂ ਚੜ੍ਹੀਆਂ ਆ ਰਹੀਆਂ ਨੇ ਤੇ ਪਰ ਗੁਰੂ ਜੀ ਕਹਿੰਦੇ ਨਹੀਂ, ਅੰਮ੍ਰਿਤ ਵੇਲੇ ਦਾ ਨਿਤਨੇਮ ਤੇ ਕਰਨਾ ਹੀ ਹੈ। ਗੁਰੂ ਸਾਹਿਬ ਭਾਈ ਜੈਤਾ ਜੀ ਨੂੰ ਹੁਕਮ ਕਰਦੇ ਨੇ ਕਿ ਹੋਰ ਵੀ ਸਿੰਘ ਜਿਹੜੇ ਆ ਉਹ ਪਿੱਛੇ ਭੇਜੇ ਜਾਣ ਤਾਂ ਕਿ ਫੌਜਾਂ ਜਿਹੜੀਆਂ ਵਾ ਉਹ ਸਾਡੇ ਤੱਕ ਛੇਤੀ ਨਾਲ ਪਹੁੰਚ ਸਕਣ, ਤਾਂ ਕਿ ਅੰਮ੍ਰਿਤ ਵੇਲੇ ਦਾ ਨਿਤਨੇਮ ਕੀਤਾ ਜਾਵੇ। ਭਾਈ ਜੈਤਾ ਜੀ ਇਸ ਤਰ੍ਹਾਂ ਹੀ ਕਰਦੇ ਨੇ, ਫੌਜਾਂ ਭੇਜ ਦਿੰਦੇ ਨੇ। ਸਰਸਾ ਦੇ ਕੰਢੇ ਤੇ ਬਹੁਤ ਹੀ ਘਮਸਾਨ ਯੁੱਧ ਹੁੰਦਾ ਹੈ। ਭਾਈ ਉਦੇ ਸਿੰਘ ਇਸ ਯੁੱਧ ਵਿੱਚ ਸ਼ਹੀਦ ਹੋ ਜਾਂਦੇ ਨੇ। ਭਾਈ ਬਚਿੱਤਰ ਸਿੰਘ ਜੀ ਬਹੁਤ ਹੀ ਜ਼ਖਮੀ ਹੋ ਜਾਂਦੇ ਨੇ। ਉਹਨਾਂ ਨੂੰ ਜ਼ਖਮੀ ਹੋਇਆ ਨੂੰ ਹੀ ਸਿੰਘ ਗੁਰੂ ਸਾਹਿਬ ਕੋਲ ਲੈ ਆਉਂਦੇ ਨੇ। ਗੁਰੂ ਸਾਹਿਬ ਉਹਨਾਂ ਦੀ ਮਰਮ ਪੱਟੀ ਕਰਦੇ ਨੇ। ਆਪਣੇ ਘੋੜੇ ਤੇ ਉਹਨਾਂ ਨੂੰ ਬਿਠਾ ਕੇ ਲੈ ਜਾਂਦੇ ਨੇ, ਪਰ ਭਾਈ ਸਾਹਿਬ ਸ਼ਹੀਦ ਹੋ ਜਾਂਦੇ ਨੇ। ਸਿਰਸਾ ਦੇ ਯੁੱਧ ਜਾਰੀ ਰਹਿੰਦਾ ਹੈ। ਉਸ ਵਿੱਚ ਭਾਈ ਜੀਵਨ ਸਿੰਘ ਜੀ ਦੇ
ਦੋ ਛੋਟੇ ਪੁੱਤਰ ਭਾਈ ਗੁਲਜ਼ਾਰ ਸਿੰਘ ਜੀ ਤੇ ਭਾਈ ਗੁਰਦਿਆਲ ਸਿੰਘ ਜੀ ਤੇ ਮਾਤਾ ਜੀ ਬੀਬੀ ਪ੍ਰੇਮੋ ਜੀ ਵੀ ਸ਼ਹੀਦ ਹੋ ਜਾਂਦੇ ਨੇ। ਇਸੇ ਯੁੱਧ ਵਿੱਚ ਇੱਕ ਵਾਰ ਅਜਿਹਾ ਸਮਾਂ ਆਉਂਦਾ ਹੈ ਕਿ ਬਾਬਾ ਅਜੀਤ ਸਿੰਘ ਜੀ ਵੱਡੇ ਸਾਹਿਬਜ਼ਾਦੇ ਉਹ ਲੜਦੇ ਲੜਦੇ ਬਹੁਤ ਹੀ ਜ਼ਿਆਦਾ ਦੁਸ਼ਮਣਾਂ ਵਿੱਚ ਘਿਰ ਜਾਂਦੇ ਨੇ। ਤਾਂ ਬਾਬਾ ਜੀ ਘੋੜੇ ਦੀਆਂ ਲਗਾਮਾਂ ਆਪਣੇ ਮੂੰਹ ਵਿੱਚ ਫੜ ਲੈਂਦੇ ਨੇ। ਭਾਈ ਜੀਵਨ ਸਿੰਘ ਜੀ ਦੋਹਾਂ ਹੱਥਾਂ ਵਿੱਚ ਤਲਵਾਰਾਂ ਲੈ ਕੇ ਦੁਸ਼ਮਣ ਦੇ ਘੇਰੇ ਨੂੰ ਤਹਿਸ ਨਹਿਸ ਕਰ ਦਿੰਦੇ ਨੇ ਤੇ ਬਾਬਾ ਜੀ ਤੇ ਭਾਈ ਜੀਵਨ ਸਿੰਘ ਜੀ ਆਪਣਾ ਯੁੱਧ ਕਲਾ ਵਿਖਾਉਂਦੇ ਹੋਏ ਅਨੇਕਾਂ ਦੁਸ਼ਮਣਾਂ ਦਾ ਨਾਸ਼ ਕਰ ਦਿੰਦੇ ਨੇ। 20 ਦਸੰਬਰ ਆਉਂਦਾ ਹੈ। ਸੁੱਖਾ ਸਿੰਘ ਤੇ ਸੇਵਾ ਸਿੰਘ ਤੇ ਬਾਬਾ ਅਜੀਤ ਸਿੰਘ ਜੀ, ਭਾਈ ਜੀਵਨ ਸਿੰਘ ਜੀ ਇਹ ਗੁਰੂ ਸਾਹਿਬ ਨੂੰ ਆ ਮਿਲਦੇ ਨੇ। ਇੱਥੇ ਭਾਈ ਬਚਿੱਤਰ ਸਿੰਘ ਜੋ ਕਿ ਸ਼ਹੀਦ ਹੋ ਚੁੱਕੇ ਨੇ ਉਹਨਾਂ ਦਾ ਸੰਸਕਾਰ ਕੀਤਾ ਜਾਂਦਾ ਹੈ। ਇਸੇ ਲੜਾਈ ਦੇ ਦੌਰਾਨ ਹੀ ਸਰਸਾ ਦੇ ਕੰਢੇ ਤੇ ਹੀ ਪਰਿਵਾਰ ਵਿਛੋੜਾ ਪੈ ਜਾਂਦਾ ਹੈ। ਮਾਤਾ ਗੁਜਰ ਕੌਰ ਜੀ, ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਗੰਗੂ ਬ੍ਰਾਹਮਣ ਦੇ ਨਾਲ ਉਸਦੇ ਪਿੰਡ ਸਹੇੜੀ ਚਲੇ ਜਾਂਦੇ ਨੇ, ਜਿੱਥੇ ਗੰਗੂ ਸੂਬਾ ਸਰਹੰਦ ਨੂੰ ਇਤਲਾਹ ਦੇ ਕੇ ਉਹਨਾਂ ਨੂੰ ਫੜਾ ਦਿੰਦਾ ਹੈ, ਗ੍ਰਿਫਤਾਰ ਕਰਵਾ ਦਿੰਦਾ ਹੈ। ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ ਤੇ ਬਾਬਾ ਜੀਵਨ ਸਿੰਘ ਜੀ ਦੀ ਪਤਨੀ ਬੀਬੀ ਰਾਜ ਕੌਰ ਜੀ ਇਹ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਵੱਲ ਨੂੰ ਚਲੇ ਜਾਂਦੇ ਨੇ। ਨਿਹੰਗ ਖਾਂ ਪਠਾਨ ਨਾਲ ਸਲਾਹ ਕਰਕੇ ਗੁਰੂ ਜੀ ਚਮਕੌਰ ਵਿਖੇ ਪਹੁੰਚ ਜਾਂਦੇ ਨੇ। 21 ਦਸੰਬਰ ਦੀ ਗੱਲ ਹੈ ਜਦੋਂ ਗੁਰੂ ਸਾਹਿਬ ਆਪਣੇ 40 ਸਿੱਖਾਂ ਨਾਲ ਚਮਕੌਰ ਸਾਹਿਬ ਪਹੁੰਚਦੇ ਨੇ ਤੇ ਜ਼ਿਮੀਦਾਰ ਚਮਕੌਰਾ ਜਿਸ ਦੀ ਉਹ ਗੜੀ ਸੀ ਉਹ ਗੁਰੂ ਸਾਹਿਬ ਉੱਥੇ ਪਹੁੰਚੇ ਨੇ ਇਸ ਦੀ ਖਬਰ ਮੁਗਲਾਂ ਨੂੰ ਦੇ ਦਿੰਦਾ ਹੈ। 10 ਲੱਖ ਤੋਂ ਵੱਧ ਫੌਜ ਗੜੀ ਨੂੰ ਘੇਰ ਲੈਂਦੀ ਹੈ। 22 ਦਸੰਬਰ ਅੰਮ੍ਰਿਤ ਵੇਲੇ ਤੋਂ ਹੀ ਯੁੱਧ ਸ਼ੁਰੂ ਹੋ ਜਾਂਦਾ ਹੈ। ਇੱਕ ਪਾਸੇ 40 ਸਿੰਘ ਨੇ, ਇੱਕ ਪਾਸੇ 10 ਲੱਖ ਦੀ ਫੌਜ ਹੈ। ਇੱਥੇ ਗੁਰੂ ਸਾਹਿਬ ਜੀ ਦਾ ਉਹ ਕਥਨ ਸੱਚ ਹੋ ਜਾਂਦਾ ਹੈ, 1.25 लाख से एक लड़ाऊं तबे गोबिंद सिंह नाम कहाऊं। ਬਾਬਾ ਜੀਵਨ ਸਿੰਘ ਰਣਜੀਤ ਨਗਾਰਾ ਵਜਾਉਂਦੇ ਨੇ ਤੇ ਦੁਸ਼ਮਣਾਂ ਦੇ ਦਿਲ ਦਹਿਲ ਜਾਂਦੇ ਨੇ। ਗੁਰੂ ਸਾਹਿਬ ਸਿੰਘਾਂ ਨਾਲ ਸਲਾਹ ਕਰਕੇ ਕਹਿੰਦੇ ਵੀ ਦੁਸ਼ਮਣਾਂ ਦੀ ਤਾਦਾਦ ਬਹੁਤ ਜ਼ਿਆਦਾ ਹੈ ਤੇ ਅਸੀਂ ਕਿਉਂ ਨਾ 5-5 ਸਿੰਘਾਂ ਦਾ ਜਥਾ ਬਣਾ ਕੇ ਦੁਸ਼ਮਣਾਂ ਨਾਲ ਲੜਾਈ ਕੀਤੀ ਜਾਵੇ। ਸਭ ਤੋਂ ਪਹਿਲਾਂ ਭਾਈ ਜੀਵਨ ਸਿੰਘ ਜੀ ਦੇ ਛੋਟੇ ਭਰਾ ਭਾਈ ਸੰਗਤ ਸਿੰਘ ਜੀ, ਬਾਬਾ ਜੀਵਨ ਸਿੰਘ ਜੀ ਦੇ ਸਹੁਰਾ ਸਾਹਿਬ ਭਾਈ ਖਜਾਨ ਸਿੰਘ ਜੀ, ਭਾਈ ਸੁੱਖਾ ਸਿੰਘ ਜੀ, ਭਾਈ ਸੇਵਾ ਸਿੰਘ ਜੀ, ਇਹਨਾਂ ਦਾ ਜਥਾ ਗੜੀ ਤੋਂ ਬਾਹਰ ਨਿਕਲਦਾ ਹੈ ਤੇ ਬਹੁਤ ਲੰਬਾ ਸਮਾਂ ਤੱਕ ਦੁਸ਼ਮਣਾਂ ਦਾ ਮੁਕਾਬਲਾ ਕਰਦਾ ਰਹਿੰਦਾ ਨੇ। ਇਹ ਸਾਰੇ ਸਿੱਖਾਂ ਦੀ ਸ਼ਹਾਦਤ ਹੋ ਜਾਂਦੀ ਹੈ। ਮਰਨ ਮਨਸਾ ਸੂਰਿਆ ਹੱਕ ਹੈ, ਜੇ ਹੋਵੇ ਮਰਨ ਪ੍ਰਵਾਣੋ। ਬਾਅਦ ਵਿੱਚ 5 ਸਿੰਘਾਂ ਦਾ ਜਥਾ ਜਾਈ ਜਾਂਦਾ ਹੈ, ਦੁਸ਼ਮਣਾਂ ਦੇ ਆਹੂ ਲਾਉਂਦੇ ਹੋਏ ਸ਼ਹੀਦੀਆਂ ਪ੍ਰਾਪਤ ਕਰੀ ਜਾਂਦੇ ਨੇ। ਅਖੀਰ ਜਦੋਂ 11 ਸਿੰਘ ਵੱਜਦੇ ਨੇ ਤੇ ਗੁਰੂ ਸਾਹਿਬ ਕਹਿੰਦੇ ਵੀ ਹੁਣ ਮੈਂ ਜਾਵਾਂਗਾ। ਇਹ ਗੱਲ ਵੇਖ ਕੇ ਬਾਬਾ ਜੀਵਨ ਸਿੰਘ ਜੀ ਸਿੰਘਾਂ ਨਾਲ ਸਲਾਹ ਕਰਦੇ ਨੇ ਤੇ ਉਹਨਾਂ ਸਿੰਘਾਂ ਵਿੱਚੋਂ 5 ਪਿਆਰੇ ਚੁਣ ਕੇ ਗੁਰੂ ਸਾਹਿਬ ਨੇ ਕਹਿੰਦੇ ਨੇ ਕਿ ਤੁਹਾਡੀ ਪੰਥ ਨੂੰ ਬਹੁਤ ਲੋੜ ਹੈ ਤੇ ਤੁਸੀਂ ਹੀ ਕਿਹਾ ਹੈ ਕਿ ਤੁਸੀਂ ਪੰਥ ਦੇ ਗੁਰੂ ਹੋ ਤੇ ਪੰਥ ਆਪ ਜੀ ਦਾ ਗੁਰੂ ਹੈ ਤੇ ਅੱਜ
ਪੰਥ ਆਪਣੇ ਗੁਰੂ ਨੂੰ ਇਹ ਹੁਕਮ ਕਰਦਾ ਕਿ ਤੁਹਾਡੀ ਜ਼ਰੂਰਤ ਸਿੱਖ ਕੌਮ ਨੂੰ ਬਹੁਤ ਜ਼ਿਆਦਾ ਹੈ ਤੇ ਤੁਸੀਂ ਇਹ ਗੜੀ ਛੱਡ ਦਿਓ। ਗੁਰੂ ਜੀ ਇਹ ਮੰਨ ਲੈਂਦੇ ਨੇ। ਬਾਬਾ ਜੀਵਨ ਸਿੰਘ ਜੀ ਨੂੰ ਕੋਲ ਬੁਲਾ ਕੇ ਉਹਨਾਂ ਨੂੰ ਇੱਕ ਬਚਪਨ ਵੇਲੇ ਦੀ ਯਾਦ ਤਾਜ਼ਾ ਕਰਾਉਂਦੇ ਨੇ ਕਿ ਭਾਈ ਜੀਵਨ ਸਿੰਘ ਜੀ, ਤੁਸੀਂ ਮੇਰੀ ਦਸਤਾਰ ਬੰਨਣ ਲੱਗੇ ਸੀ ਤੇ ਮੈਂ ਤੁਹਾਨੂੰ ਕਿਹਾ ਹੈ ਵੀ ਕੋਈ ਇਹੋ ਜਿਹਾ ਦਿਨ ਆਵੇਗਾ, ਮੈਂ ਆਪ ਤੁਹਾਨੂੰ ਇਹ ਦਸਤਾਰ ਜਿਹੜੀ ਆ ਉਹ ਸਜਾਵਾਂਗਾ। ਗੁਰੂ ਸਾਹਿਬ ਨੂੰ ਆਪਣੀ ਦਸਤਾਰ ਸਜਾਉਂਦੇ ਨੇ, ਆਪਣਾ ਪੋਸ਼ਾਕਾ ਭਾਈ ਜੀਵਨ ਸਿੰਘ ਜੀ ਨੂੰ ਪਵਾ ਦਿੰਦੇ ਨੇ ਤੇ ਗੁਰੂ ਸਾਹਿਬ ਭਾਈ ਜੀਵਨ ਸਿੰਘ ਜੀ ਨੂੰ ਹੁਕਮ ਕਰਦੇ ਨੇ ਕਿ ਸਾਰੀ ਰਾਤ ਡੇਅਰੀ ਵਿੱਚ ਬੈਠੇ ਨਗਾੜਾ ਵਜਾਈ ਜਾਣਾ ਹੈ। ਆਪ ਤਾੜੀ ਮਾਰ ਕੇ ਨਿਕਲੇ ਹਨ ਕਿ ਸਿੱਖਾਂ ਦਾ ਗੁਰੂ ਚੱਲਿਆ, ਜੇ ਹਿੰਮਤ ਹੈ ਤੇ ਫੜ ਲਓ। ਪਰ ਮੁਗਲ ਸਮਝਦੇ ਆ ਕਿ ਇਹ ਝੂਠ ਹੈ। ਇੱਥੇ ਹੀ ਗੁਰੂ ਜੀ ਦੇ ਸਮਕਾਲੀ ਕਵੀ ਕੰਕਣ ਜੀ ਲਿਖਦੇ ਨੇ, ਨਿਜ ਕਲਗੀ ਸਿਰ ਦੇਈ ਸਜਾਏ, ਦੇਈ ਪੁਸ਼ਾਕ ਆਪਣੀ ਪਹਿਨਾਏ, ਜੀਵਨ ਸਿੰਘ ਕੋ ਬੁਰਜ ਬਿਠਾਏ, ਤਜ ਗੜੀ ਗੁਰੂ ਗੋਬਿੰਦ ਸਿੰਘ ਜਾਏ। फिर अगे लिखते ने, अंत अकेला गढ़ी में बंदूकी प्रवीण, जीवन सिंह रंगरेटड़ो जूझ गयो संग दीन, वजीरा अत प्रसन्न पयो लियो मार गोबिंद, दिल्ली धायो सीस ले खुशी कर नंदरिंद। बाबा जी जिथों असीं शुरू किया सी उत्थे आउंदे ने, लगातार 8 घंटे युद्ध करते रहंदे ने। उन्हां कोल 2 बंदूकां सन, नागणी अते भागणी। उन्हां दा सारा बारूद दुश्मनां दीयां हिक्कां विच ठोक दिंदे ने। अखीर जदों तीर भी मुक जांदे ने, बारूद भी मुक जांदा है ते बाबा जीवन सिंह जी दोवां हत्थां विच किरपानां फड़ के दुश्मनां दे नाल जूझ पैंदे ने। पता नहीं किन्नियां गोलियां वजदियां ने, किन्ने तीर वजदे ने ते अखीर बोले सो निहाल सत श्री अकाल दा जयकारा गुंजाउंदे होए बाबा जीवन सिंह जी धरती ते डिग पैंदे ने। दुश्मन डरदे ने क्योंकि उन्हां नूं इह नहीं सी पता कि ये 10वें पातशाह वा कि बाबा जीवन सिंह है। अखीर सिर कट के ਲੈ ਜਾਂਦੇ ਦਿੱਲੀ ਵਿਖੇ ਤੇ ਦਿੱਲੀ ਜਾ ਕੇ ਉਹਨਾਂ ਨੂੰ ਪਤਾ ਲੱਗਦਾ ਕਿ ਇਹ ਤੇ ਭਾਈ ਜੀਵਨ ਸਿੰਘ ਦਾ ਸੀਸ ਹੈ, ਗੁਰੂ ਗੋਬਿੰਦ ਸਿੰਘ ਜੀ ਦਾ ਨਹੀਂ ਹੈ। ਜਾਂਦੇ ਜਾਂਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਰਸਤੇ ਵਿੱਚ ਬੀਬੀ ਸ਼ਰਨ ਕੌਰ ਮਿਲਦੀ ਹੈ ਤੇ ਬੀਬੀ ਸ਼ਰਨ ਕੌਰ ਜੀ ਦੀ 10ਵੇਂ ਪਾਤਸ਼ਾਹ ਡਿਊਟੀ ਲਗਾਉਂਦੇ ਨੇ ਕਿ ਗੜੀ ਦੇ ਸ਼ਹੀਦਾਂ ਦਾ ਸੰਸਕਾਰ ਤੁਸੀਂ ਕਰਨਾ ਹੈ। ਉਹਨਾਂ ਦੇ ਵਿੱਚ ਮੇਰੇ ਵੱਡੇ ਸਾਹਿਬਜ਼ਾਦਾ ਜੀ ਵੀ ਹੋਣਗੇ ਤੇ ਉਹਨਾਂ ਦਾ ਸੰਸਕਾਰ ਤੁਸੀਂ ਵੱਖਰਿਆ ਕਰਨਾ ਹੈ। ਬੀਬੀ ਜੀ ਪੁੱਛਦੀ ਹੈ ਕਿ ਉਹਨਾਂ ਦਾ ਕਿਸ ਤਰ੍ਹਾਂ ਪਹਿਚਾਣ ਹੋਏਗੀ, ਤਾਂ ਕਹਿੰਦੇ ਆ ਤੇ ਸਿਰ ਨਹੀਂ ਹੋਏਗਾ ਤੇ ਪੋਸ਼ਾਕਾ ਸਾਡੇ ਵਾਲਾ ਹੀ ਉਹਨੇ ਪਹਿਨਿਆ ਹੋਏਗਾ। ਅਜਿਹੇ ਮਹਾਨ ਸ਼ਹੀਦ ਜਿਨ੍ਹਾਂ ਨੇ ਆਪਣਾ ਸਾਰਾ ਹੀ ਪਰਿਵਾਰ 10ਵੇਂ ਪਾਤਸ਼ਾਹ ਜੀ ਦੇ ਧਰਮ ਯੁੱਧ ਦੇ ਲੇਖੇ ਲਾ ਦਿੱਤਾ, ਉਹਨਾਂ ਬਾਰੇ ਅੱਜ ਅਸੀਂ ਵਿਚਾਰਾਂ ਕੀਤੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।